ਸਾਡੇ ਨਾਲ ਜੁੜੇ ਰਹਿਣ ਦੇ ਲਈ YouTube ਦਾ ਚੈਨਲ ਅੰਮ੍ਰਿਤ ਬਾਣੀ ਸੇਵਾ ਦਾ ਜਰੂਰ ਸਬਸਕ੍ਰਾਈਬ ਕਰੋ ਤੇ ਬੈਲ ਬਟਨ ਜਰੂਰ ਪ੍ਰੈਸ ਕਰੋ ਤਾਂ ਕਿ ਤੁਹਾਡੇ ਤੱਕ ਸਾਡੀ ਨਵੀਂ ਨੋਟੀਫਿਕੇਸ਼ਨ ਜਲਦੀ ਪਹੁੰਚ ਸਕੇ। ਗਨਕਾ ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੀ 10ਵੀਂ ਵਾਰ ਦੀ 21ਵੀਂ ਪੌੜੀ ਵਿੱਚ ਗਨਕਾ ਪ੍ਰਤੀ ਫਰਮਾਉਂਦੇ ਨੇ ਕਿ ਗਨਕਾ ਪਾਪਣ ਹੋਏ ਕੈ ਪਾਪਾਂ ਦਾ ਗਲਹਾਰ ਪਰੋਤਾ, ਮਹਾਂਪੁਰਖ ਆਚਾਣ ਚੱਕ ਗਨਕਾ ਵਾੜੇ ਆਏ ਖਲੋਤਾ। ਦੁਰਮਤ ਦੇਖ ਦਿਆਲ ਹੋਏ ਹੱਥੋਂ ਉਸ ਨੂੰ ਦਿੱਤੋ ਨ ਤੋਤਾ, RAM ਨਾਮ ਉਪਦੇਸ਼ ਕਰ ਖੇਲ ਗਿਆ ਦੇ ਵਣਜ ਸਹੋਤਾ। ਲਿਵ ਲਾਗੀ ਤਿਸ ਤੋਤਿਓ ਨਿਤ ਪੜਾਏ ਕਰੈ ਅਸੋਤਾ, ਪਤਤ ਉਦਾਹਰਣ RAM ਨਾਮ ਦੁਰਮਤ ਪਾਪ ਕਲੇਵਰ ਧੋਤਾ। ਅੰਤ ਕਾਲ ਜਮਜਾਲ ਤੋੜ ਨਰਕੈ ਵਿੱਚ ਨ ਖਾਧੁਸ ਗੋਤਾ, ਗਈ ਬੈਕੁੰਠ ਬਿਬਾਨ ਚੜ ਨਾਉ ਨਾਰਾਇਣ ਸ਼ੋਤ ਅਸ਼ੋਤਾ। ਥਾਉ ਨ ਥਾਵੈ ਮਾਨ ਮਨੋਤਾ। ਭਾਵ ਅਰਥ ਇਸ ਪੌੜੀ ਦਾ ਇਸ ਤਰ੍ਹਾਂ ਹੈ ਕਿ ਇੱਕ ਵੇਸਵਾ ਗਨਕਾ ਨਾਮੇ ਪਾਪਣ ਹੋ ਕੇ ਪਾਪਾਂ ਨੂੰ ਗਲੇ ਦੇ ਹਾਰ ਵਾਂਗੂ ਰੱਖਦੀ ਸੀ, ਭਾਵ ਬਹੁਤ ਪਾਪ ਕਮਾ ਰਹੀ ਸੀ। ਇੱਕ ਮਹਾਂਪੁਰਖ ਸੁਤੇ ਸਿੱਧ ਅਚਾਨਕ ਹੀ ਗਨਕਾ ਦੇ ਵਿਹੜੇ ਆ ਗਿਆ। ਉਸ ਦੀ ਦੁਰਮਤ ਦੇਖ ਕੇ ਉਸ ਤੇ ਦਇਆ ਕੀਤੀ ਅਤੇ ਹੱਥ ਦਾ ਤੋਤਾ ਉਸ ਨੂੰ ਦੇ ਦਿੱਤਾ ਤੇ ਉਪਦੇਸ਼ ਕੀਤਾ ਕਿ ਇਸ ਤੋਤੇ ਨੂੰ RAM ਨਾਮ ਦ੍ਰਿੜਾਉਣਾ ਹੈ। RAM ਨਾਮ ਦਾ ਉਪਦੇਸ਼ ਦੇ ਕੇ 100 ਗੁਣਾ ਵਣਜ ਕਰਕੇ ਆਪ ਉਹ ਮਹਾਤਮਾ ਚਲਿਆ ਗਿਆ। ਹੁਣ ਉਸ ਗਨਕਾ ਨੂੰ ਅਜਿਹੀ ਲਿਵ ਲੱਗੀ, ਰਾਤ ਵੀ ਜਾਗਾ ਕਰਦੀ ਰਹੇ ਤੇ ਨਿਤ ਉਸ ਤੋਤੇ ਨੂੰ ਭਗਵੰਤ ਦਾ ਨਾਮ RAM RAM ਪੜਾਉਂਦੀ ਰਹੇ। ਉਸ ਦੇ ਸਰੀਰ ਵਿੱਚੋਂ ਖੋਟੀ ਮਤ ਅਤੇ ਪਾਪਾਂ ਦੀ ਮੈਲ ਦੂਰ ਹੋ ਗਈ, ਕਿਉਂਕਿ ਪਰਮੇਸ਼ਰ ਜੀ ਦਾ ਨਾਮ ਪਤਿਤਾਂ ਦਾ ਵੀ ਉਧਾਰ ਕਰਨ ਵਾਲਾ ਹੈ। ਅਖੀਰ ਨਾਮ ਦੇ ਪ੍ਰਤਾਪ ਨਾਲ ਅੰਤਕਾਲ ਨਰਕ ਦੀ ਟੁੱਬੀ ਤੋਂ ਬਚ ਕੇ ਜਮ ਜਾਲ ਤੋੜ ਗਈ, ਵਿਵਾਨ ਪਰ ਚੜ ਬੈਕੁੰਠ ਜਾ ਪੁੱਜੀ। ਤਾਂ ਤੇ ਈਸ਼ਵਰ ਦਾ ਨਾਮ ਸ਼ੋਤਾਂ ਤੋਂ ਅਸ਼ੋਤ ਭਾਵ ਨਿਰਦੂਖਣ ਹੈ, ਕੋਈ ਜਪੇ ਸਭ ਦਾ ਉਧਾਰ ਕਰਨ ਦੀ ਸਮਰੱਥਾ ਰੱਖਦਾ ਹੈ। ਜਿਹਾ ਕਿ ਖੱਤਰੀ ਬ੍ਰਾਹਮਣ ਸੂਦ ਬੈਸ ਉਦਰੇ ਸਿਮਰ ਚੰਡਾਲ। ਨਾਮ ਐਸੀ ਰਸਾਇਣ ਵਸਤੂ ਹੈ, ਨਾਮ ਹੀ ਨਿਥਾਵਿਆਂ ਦਾ ਥਾਉ ਨਿਮਾਣਿਆਂ ਦਾ ਮਾਣ ਹੈ। ਇੱਥੇ ਵੀ ਨਾਮ ਦੀ ਮਹਿਮਾ ਦਾ ਵਰਣਨ ਔਰ ਉਪਦੇਸ਼ ਹੈ ਕਿ ਪਾਪੀਆਂ ਨੂੰ ਵੀ ਭਗਵੰਤਪੁਰ ਭਰੋਸਾ ਕਰਕੇ ਨਾਮ ਜਪਣਾ ਚਾਹੀਏ। ਦੂਜਾ, ਗਨਕਾ ਘੋਰ ਪਾਪਾਂ ਵਿੱਚ ਫਾਥੀ ਕਿਵੇਂ ਵੀ ਨਾ ਨਿਕਲਦੀ ਜੇ ਮਹਾਤਮਾ ਉਸ ਨੂੰ ਨਾਮ ਜਪਣ ਦਾ ਸ੍ਰੇਸ਼ਟ ਆਹਾਰ ਨਾ ਲਾਉਂਦੇ। ਇਸ ਨਾਮ ਜਪ ਦੇ ਆਹਾਰ ਨਾਲ ਉਸ ਦੇ ਸਾਰੇ ਪਾਪ ਕੱਟੇ ਗਏ, ਪਾਪ ਕਰਮ ਨਾਸ਼ ਹੋ ਗਏ। ਗੁਰਮੁਖ ਕਿਸੇ ਪਾਪੀ ਤੋਂ ਪਾਪੀ ਤੇ ਵੀ ਗਲਾਨੀ ਨਹੀਂ ਕਰਦਾ। ਗਨਕਾ ਦੋ ਹੋਈਆਂ ਹਨ। ਇੱਕ ਦਾ ਨਾਮ ਸਿੰਗਲਾ ਸੀ, ਜਿਹੜੀ ਰਾਜਾ ਜਨਕ ਦੀ ਪੁਰੀ ਵਿੱਚ ਵਸਦੀ ਸੀ। ਇੱਕ ਦਿਨ ਕੋਈ ਵੀ ਕਾਮੀ ਪੁਰਸ਼ ਇਸ ਵੇਸਵਾ ਪਾਸ ਨਾ ਆਇਆ ਤਦ ਇਸ ਦੇ ਮਨ ਵਿੱਚ ਸੰਕਲਪ ਫੁਰਿਆ ਕਿ ਜਿਤਨਾ ਧਿਆਨ ਵਿਸ਼ੇ ਵਿਕਾਰਾਂ ਵੱਲ ਲਾਉਣੀ ਹੈ, ਜੇਕਰ ਪ੍ਰਮਾਤਮਾ ਵੱਲ ਲਾਇਆ ਹੁੰਦਾ ਤਾਂ ਮੇਰਾ ਜਨਮ ਸਫਲਾ ਹੋ ਸਕਦਾ ਸੀ। ਇਸ ਵਿਚਾਰ ਨਾਲ ਵਿਭਚਾਰ ਤਿਆਗ ਦਿੱਤਾ, ਕਰਤਾਰ ਪਰਾਇਣ ਹੋ ਗਈ। ਇਸ ਨੇ ਦੱਤਾਤਰੇय ਨੂੰ ਗੁਰੂ ਧਾਰਨ ਕੀਤਾ ਤੇ ਉਸ ਤੋਂ ਗੁਰੂ ਦੀਖਿਆ ਪ੍ਰਾਪਤ ਕੀਤੀ। ਦੂਜੀ ਗਨਕਾ ਦਾ ਨਾਮ ਚੰਦਰਵਤੀ ਸੀ, ਜਿਸ ਸੰਬੰਧੀ ਇਸ਼ਾਰਾ ਭਾਈ ਗੁਰਦਾਸ ਜੀ ਨੇ ਆਪਣੀ ਵਾਰ ਵਿੱਚ ਜੋ ਦਿੱਤਾ ਹੈ ਉਹ ਆਪਾਂ ਵਾਚਣਾ ਕੀਤਾ ਹੈ। ਭਗਤ ਨਾਮਦੇਵ ਜੀ ਵੀ ਗੋਂਡ ਰਾਗ ਵਿਚਲੇ ਆਪਣੇ ਸ਼ਬਦ ਵਿੱਚ ਇਸ ਗਨਕਾ ਪ੍ਰਤੀ ਇਸ਼ਾਰਾ ਦਿੰਦੇ ਨੇ ਕਿ ਸੂਆ ਪੜਾਵਤ ਗਨਕਾ ਤਰੀ, ਸੋ ਹਰ ਨੈਨੋ ਕੀ ਪੁੱਤਰੀ। ਇੱਕ ਨਗਰ ਵਿੱਚ ਇੱਕ ਵੇਸਵਾ ਚੰਦਰਮਣੀ ਰਹਿੰਦੀ ਸੀ, ਜਿਸ ਦਾ ਨਾਮ ਗਨਕਾ ਕਰਕੇ ਪ੍ਰਸਿੱਧ ਹੈ। ਵਿਸ਼ਈ ਅਤੇ ਵਿਭਚਾਰੀ ਪੁਰਸ਼ ਨੇਕੀ ਧਰਮ ਹਿਆ ਗਵਾ ਕੇ ਇਨਸਾਨੀਅਤ ਦੀ ਪਦਵੀ ਤੋਂ ਨਿੱਘਰ ਕੇ ਪਸ਼ੂ ਪੁਣੇ ਵਾਲੇ ਕੁਕਰਮ ਕਰਨ ਲਈ ਇਸ ਦੁਆਰੇ ਤੇ ਅਨੇਕਾਂ ਆਏ ਅਤੇ ਪਾਪਾਂ ਦੀ ਨਦੀ ਵਿੱਚ ਡੁੱਬ ਗਏ। ਵੇਸਵਾ ਵੀ ਕੁਕਰਮਾਂ ਦੇ ਚੱਕਰ ਵਿੱਚ ਫਸੀ ਉਦਰ ਪੂਰਤੀ ਲਈ ਇਹ ਭੈੜਾ ਰਾਹ ਅਪਣਾ ਚੁੱਕੀ ਸੀ। ਉਸ ਨੂੰ ਕਦੀ ਖਿਆਲ ਤੱਕ ਵੀ ਨਾ ਆਇਆ ਕਿ ਇਹ ਅਮੋਲਕ ਸਰੀਰ ਭਾਗਾਂ ਨਾਲ ਪ੍ਰਾਪਤ ਹੋਇਆ ਹੈ ਅਤੇ ਇਹ ਸਰੀਰ ਵਿਸ਼ੇ ਵਿਕਾਰਾਂ ਦੀ ਐਸ਼ ਲੁੱਟਣ ਲਈ ਨਹੀਂ, ਸਗੋਂ ਪ੍ਰਭੂ ਜੀ ਦੀ ਪ੍ਰੇਮਾ ਭਗਤੀ ਕਰਨ ਵਾਸਤੇ ਇੱਕ ਸੁਨਹਿਰੀ ਮੌਕਾ ਪਰਮੇਸ਼ਰ ਨੇ ਬਖਸ਼ਿਸ਼ ਕੀਤਾ ਹੈ। ਗਨਕਾ ਵੇਸਵਾ ਦੂਰ ਦੂਰ ਤੱਕ ਆਪਣੇ ਮੰਦਕਰਮੀ ਕੁਕਰਮਾਂ ਦੇ ਕਾਰਨ ਬਦਨਾਮ ਹੋ ਗਈ ਅਤੇ ਫੇਰ ਇਸ ਪੇਸ਼ੇ ਵਿੱਚ ਹੀ ਫਸੀ ਰਹੀ। ਜੋ ਧਨ ਕਮਾਉਂਦੀ ਉਹ ਖੁਰਾਕ, ਲਿਬਾਸ ਅਤੇ ਸ਼ਰਾਬ ਤੇ ਖਰਚ ਹੋ ਜਾਂਦਾ
ਪੱਠੇ ਪੈਰ ਪਰਾਏ ਮਰਦਾਂ ਨਾਲ ਵਿਸ਼ੇ ਭੋਗ ਕਰਦਿਆਂ ਲੰਘ ਜਾਂਦਾ। ਜਿਵੇਂ ਮਾਸ ਦੇ ਲਾਲਚ ਅਤੇ ਸਵਾਦ ਬਦਲੇ ਕੁੱਤਾ ਹੱਡੀਆਂ ਨੂੰ ਚਰੂੰਡਦਾ ਹੈ, ਤਿਵੇਂ ਪਾਪੀ ਪੁਰਸ਼ ਪਾਪਾਂ ਵੱਲ ਵੱਧਦਾ ਜਾਂਦਾ ਹੈ, ਇੱਥੋਂ ਤੱਕ ਕਿ ਪਾਪ ਕਰਦਾ ਪੁਰਸ਼ ਪਾਪ ਨੂੰ ਪਾਪ ਸਮਝਣੋਂ ਹੀ ਹਟ ਜਾਂਦਾ ਹੈ। ਇਵੇਂ ਹੀ ਇਹ ਗਨਕਾ ਕਾਮ ਵਾਸਨਾ ਦੇ ਅਧੀਨ ਆਪਣੀ ਸੁੰਦਰਤਾ ਅਤੇ ਜਵਾਨੀ ਨੂੰ ਭੰਗ ਦੇ ਪਹਾੜੇ ਗਵਾ ਰਹੀ ਸੀ। ਸਿਆਲ ਦੀ ਰੁੱਤ ਮਾਇਆ ਦੇ ਪ੍ਰਭਾਵ ਕਾਰਨ ਅਮੀਰ ਲੋਕ ਅੱਗ ਅਤੇ ਸ਼ਰਾਬ ਨਾਲ ਨਿੱਘ ਹਾਸਲ ਕਰ ਰਹੇ ਸਨ। ਗਰੀਬ ਆਪਣੀਆਂ ਝੌਂਪੜੀਆਂ ਵਿੱਚ ਆਪਣੀਆਂ ਬਾਹਾਂ ਹਿੱਕਾਂ ਨਾਲ ਲਾ ਕੇ ਠਰੂ ਠਰੂ ਕਰਦੇ ਸਮਾਂ ਲੰਘਾ ਰਹੇ ਸਨ। ਹੋਰ ਗ੍ਰਸਤੀ ਪੁਰਸ਼ ਆਪਣੇ ਬਾਲ ਬੱਚਿਆਂ ਸਮੇਤ ਨਿੱਘੀਆਂ ਲੇਫ ਤਲਾਈਆਂ ਵਿੱਚ ਆਰਾਮ ਕਰ ਰਹੇ ਸਨ। ਪਰ ਸਿਆਲ ਦੀ ਰੁੱਤ ਵਿੱਚ ਵਰਦੇ ਮੀਂਹ ਅਤੇ ਵਗਦੇ ਠੱਕੇ ਵਿੱਚ ਪੰਛੀਆਂ, ਦਰਵੇਸ਼ਾਂ, ਸਾਧੂ ਫਕੀਰਾਂ ਅਤੇ ਮਿਹਨਤੀ ਮਜ਼ਦੂਰਾਂ ਦਾ ਹਾਲ ਤਰਸਯੋਗ ਸੀ। ਜਿਸ ਨਗਰੀ ਵਿੱਚ ਇਹ ਵੇਸਵਾ ਚੰਦਰਮਣੀ ਭਾਵ ਗਨਕਾ ਰਹਿੰਦੀ ਸੀ, ਉਸ ਨਗਰ ਤੋਂ ਬਾਹਰ ਇੱਕ ਮਹਾਤਮਾ ਝੁੱਗੀ ਵਿੱਚ ਰਿਹਾ ਕਰਦੇ ਸਨ। ਮਹਾਤਮਾ ਜੀ ਨੂੰ ਉਹ ਕੱਖਾਂ ਦੀ ਕੁੱਲੀ, ਮੋਹਲੇ ਧਾਰ ਵਰਖਾ ਅਤੇ ਹਨੇਰੀ ਝੱਖੜ ਤੋਂ ਉਸ ਦਿਨ ਬਚਾ ਨਾ ਸਕੀ। ਉਹ ਬਿਲਕੁਲ ਭਿੱਜ ਗਏ। ਝੌਂਪੜੀ ਵਿੱਚ ਪਾਣੀ ਭਰ ਆਇਆ। ਕੋਲ ਉਹਨਾਂ ਨੇ ਇੱਕ ਤੋਤਾ ਰੱਖਿਆ ਹੋਇਆ ਸੀ, ਉਹ ਵੀ ਠਰੂ ਠਰੂ ਕਰਨ ਲੱਗਾ। ਸੰਤ ਜੀ ਕੁਟਿਆ ਦਾ ਤਿਆਗ ਕਰਕੇ ਤੋਤੇ ਦਾ ਪਿੰਜਰਾ ਹੱਥ ਵਿੱਚ ਫੜੀ ਨਗਰ ਵੱਲ ਟੁਰ ਪਏ, ਤਾਂ ਜੋ ਕੋਈ ਥਾਂ ਟਿਕਾਣਾ ਦੇਖ ਕੇ ਸਿਰ ਲੁਕਾਇਆ ਜਾ ਸਕੇ। ਠੱਕਾ ਵਗ ਰਿਹਾ ਸੀ, ਤੇਜ਼ ਠੰਡੀ ਧਾਰ ਹਵਾ, ਮੋਹਲੇ ਧਾਰ ਵਰਖਾ। ਸੰਤ ਜੀ ਅਚਨਚੇਤ ਉਸ ਬਾਜ਼ਾਰ ਵਿੱਚ ਚਲੇ ਗਏ ਅਤੇ ਗਨਕਾ ਦੇ ਦੁਆਰੇ ਮੂਹਰੇ ਵਾਧਰੇ ਹੇਠ ਖਲੋ ਗਏ। ਸੰਤ ਜੀ ਆਪਣੇ ਮੁਖੋਂ ਰਾਮ ਨਾਮ ਉਚਾਰਨ ਕਰ ਰਹੇ ਸਨ ਅਤੇ ਮਗਰੇ ਹੀ ਮਗਰ ਤੋਤਾ ਰਾਮ ਨਾਮ ਦਾ ਉਚਾਰਨ ਕਰ ਰਿਹਾ ਸੀ। ਮਹਾਤਮਾ ਨੂੰ ਬਿਲਕੁਲ ਪਤਾ ਨਹੀਂ ਸੀ ਕਿ ਇਹ ਘਰ ਜਾਂ ਬਾਜ਼ਾਰ ਕਿਹੋ ਜਿਹੇ ਪੁਰਸ਼ਾਂ ਲਈ ਹੈ। ਇੱਥੇ ਉਹ ਪੁਰਸ਼ ਆਉਂਦੇ ਹਨ ਜੋ ਪਾਪੀ ਹੁੰਦੇ ਹਨ। ਉਹ ਤੇ ਕੇਵਲ ਵਰਖਾ ਤੋਂ ਬਚਣ ਵਾਸਤੇ ਉਸ ਮਕਾਨ ਦੇ ਵਾਧਰੇ ਦੇ ਥੱਲੇ ਖਲੋਏ ਸਨ। ਗਨਕਾ ਨੇ ਚੁਬਾਰੇ ਵਿੱਚ ਬੈਠਿਆਂ ਰਾਮ ਨਾਮ ਦਾ ਜਾਪ ਸੁਣਿਆ। ਬੂਹਾ ਖੋਲ ਕੇ ਤੱਕਿਆ। ਇੱਕ ਸੰਤ ਜੀ ਬਿਲਕੁਲ ਭਿੱਜੇ ਗਿੱਲੇ ਕੱਪੜੇ ਉਸ ਬੂਹੇ ਦੇ ਮੂਹਰੇ ਖੜੇ ਰਾਮ ਨਾਮ ਦਾ ਜਾਪ ਕਰ ਰਹੇ ਨੇ। ਪੌੜੀਆਂ ਰਾਹੀਂ ਹੇਠਾਂ ਆਈ, ਪੁੱਛਣ ਲੱਗੀ, ਆਓ ਮਹਾਤਮਾ ਜੀ। ਪਰ ਮਹਾਤਮਾ ਨੇ ਸਪਸ਼ਟ ਆਖ ਦਿੱਤਾ ਕਿ ਪੁੱਤਰੀ ਮੀਂਹ ਜਰਾ ਹਟ ਜਾਵੇ ਤਾਂ ਅਸੀਂ ਇੱਥੋਂ ਚਲੇ ਹੀ ਜਾਣਾ ਹੈ, ਮੈਨੂੰ ਧਰਮਸ਼ਾਲਾ ਦਾ ਰਸਤਾ ਦੱਸੋ। ਪਰ ਗਨਕਾ ਨੇ ਨਿਮਰਤਾ ਪੂਰਵਕ ਬੇਨਤੀ ਕੀਤੀ, ਮਹਾਤਮਾ ਜੀ ਕਿਰਪਾ ਕਰੋ, ਤੁਸੀਂ ਅੰਦਰ ਲੰਘ ਆਓ। ਜਦੋਂ ਵਰਖਾ ਰੁਕ ਜਾਵੇਗੀ ਤੁਸੀਂ ਧਰਮਸ਼ਾਲਾ ਚਲੇ ਜਾਇਓ। ਅੰਦਰ ਪੁੱਜ ਕੇ ਗਨਕਾ ਨੇ ਆਪਣੇ ਪਾਪ ਕਰਮਾਂ ਦਾ ਸਾਰਾ ਚਿੱਠਾ ਉਹਨਾਂ ਮਹਾਂਪੁਰਖਾਂ ਅੱਗੇ ਸਪਸ਼ਟ ਫੋਲ ਦਿੱਤਾ। ਜਿਵੇਂ ਕਮਲ ਫੁੱਲ ਪਾਣੀ ਵਿੱਚ ਅਲਿਪਤ ਰਹਿੰਦਾ ਹੈ, ਇਵੇਂ ਹੀ ਉਹ ਸਤਪੁਰਖ ਜਗਤ ਵਿੱਚ ਵਿਚਰਦੇ ਹੋਏ ਵੀ ਕੁਕਰਮਾਂ ਤੋਂ ਅਲਿਪਤ ਰਹਿੰਦੇ ਨੇ। ਕੁਕਰਮਣ ਅਭਾਗਣ ਬੇਸਵਾ ਦੇ ਜੀਵਨ ਦਾ ਮਹਾਂਪੁਰਖਾਂ ਦੀ ਆਤਮਾ ਤੇ ਰੱਤੀ ਭਰ ਵੀ ਕੋਈ ਪ੍ਰਭਾਵ ਨਾ ਪਿਆ, ਸਗੋਂ ਮਹਾਂਪੁਰਸ਼ਾਂ ਦੇ ਗਿੱਲੇ ਵਸਤਰ ਉਤਰਵਾ ਕੇ ਉਸ ਗਨਕਾ ਨੇ ਸੁੱਕੇ ਵਸਤਰ ਪਹਿਨਣ ਲਈ ਮਹਾਂਪੁਰਸ਼ਾਂ ਨੂੰ ਦਿੱਤੇ। ਅੱਗ ਬਾਲ ਕੇ ਸੇਕਣ ਲਈ ਆਖਿਆ, ਭੋਜਨ ਵੀ ਛਕਾਇਆ। ਸੰਤ ਜੀ ਪ੍ਰਸੰਨ ਹੋਏ। ਉਹਨਾਂ ਗਨਕਾ ਨੂੰ ਕਰਮਾਂ ਤੋਂ ਪਿੱਛਾ ਛੁਡਾ ਕੇ ਪ੍ਰਭੂ ਚਰਨਾਂ ਵਿੱਚ ਲਿਵ ਲਾਉਣ ਲਈ ਬਚਨ ਕੀਤੇ ਅਤੇ ਨਾਲ ਹੀ ਇਸ ਕਾਰਜ ਵਾਸਤੇ ਇੱਕ ਸੁਚੱਜਾ ਢੰਗ ਵਰਤਿਆ। ਜੋ ਉਹਨਾਂ ਦੇ ਪਾਸ ਪਿੰਜਰੇ ਵਿੱਚ ਪਿਆ ਤੋਤਾ ਸੀ, ਜਿਸ ਨੂੰ ਉਹ ਹਰ ਸਮੇਂ ਆਪਣੇ ਨਾਲ ਰੱਖਦੇ ਸਨ ਅਤੇ ਰਾਮ ਨਾਮ ਦਾ ਜਾਪ ਕਰਾਉਂਦੇ ਸਨ, ਗਨਕਾ ਨੂੰ ਦਿੱਤਾ ਤੇ ਆਖਿਆ ਕਿ ਪੁੱਤਰੀ, ਤੂੰ ਇਸ ਨੂੰ ਹਰ ਰੋਜ਼ ਰਾਮ ਨਾਮ ਪੜ੍ਹਾਇਆ ਕਰ। ਕੁਝ ਸਮੇਂ ਬਾਅਦ ਜਦੋਂ ਅਸੀਂ ਮੁੜ ਕੇ ਆਵਾਂਗੇ ਤਾਂ ਇਹ ਤੋਤਾ ਤੇਰੇ ਤੋਂ ਲੈ ਜਾਵਾਂਗੇ। ਇਹ ਬਚਨ ਕਹਿ ਕੇ ਮਹਾਤਮਾ ਜੀ ਵਰਖਾ ਜਦੋਂ ਥੰਮੀ ਤੇ ਉੱਥੋਂ ਚਲੇ ਗਏ। ਉਸ ਚੰਦਰਮਣੀ ਭਾਵ ਗਨਕਾ ਦੇ ਭਾਗ ਜਾਗ ਪਏ। ਮਹਾਤਮਾ ਜਨ ਦਾ ਹੁਕਮ ਮੰਨ ਕੇ ਹਰ ਰੋਜ਼ ਰਾਮ ਨਾਮ ਦਾ ਜਾਪ ਤੋਤੇ ਨੂੰ ਕਰਵਾਉਣ ਲੱਗੀ। ਸਹਿਜੇ ਸਹਿਜੇ ਗਨਕਾ ਦਾ ਮਨ ਬਦਲ ਗਿਆ। ਮਨ ਬਦਲ ਜਾਣ ਕਾਰਨ ਉਸ ਦੇ ਕਰਮ ਵੀ ਬਦਲ ਗਏ। ਉਹ ਹਰ ਰੋਜ਼ ਅੰਮ੍ਰਿਤ ਵੇਲੇ ਉੱਠਦੀ, ਇਸ਼ਨਾਨ ਕਰਦੀ, ਪ੍ਰੇਮ ਨਾਲ ਤੋਤੇ ਨੂੰ ਰਾਮ ਨਾਮ ਦਾ ਜਾਪ ਕਰਾਉਂਦੀ। ਇਵੇਂ ਰਾਮ ਨਾਮ ਦੇ ਜਾਪ ਕਰਵਾਉਣ ਦਾ ਉਤਸ਼ਾਹ ਵੱਧਦਾ ਗਿਆ ਅਤੇ ਪਾਪ ਕਰਮ ਘਟਦਾ ਗਿਆ ਔਰ ਘਟਦਾ ਘਟਦਾ ਸਦਾ ਵਾਸਤੇ ਹਟ ਗਿਆ। ਗੋਲੀਆਂ ਤੇ ਦਾਸੀਆਂ ਨੂੰ ਵੀ ਛੁੱਟੀ ਦੇ ਦਿੱਤੀ। ਹਾਰ ਸ਼ਿੰਗਾਰ ਕਰਨੇ ਤਿਆਗ ਦਿੱਤੇ। ਸਧਾਰਨ ਨੇਕ ਔਰਤਾਂ ਵਾਂਗੂ ਸਾਦਗੀ ਦਾ ਜੀਵਨ ਬਤੀਤ ਕਰਨ ਲੱਗੀ। ਅੰਤ ਸਵਾਸ ਸਵਾਸ ਰਾਮ ਨਾਮ ਦਾ ਜਾਪ ਹੋਣ ਲੱਗ ਪਿਆ। ਮਨ ਦੀ ਮੈਲ ਧੋਤੀ ਗਈ। ਨਾਮ ਨੇ ਆਪਣੀ ਪਾਰਸ ਕਲਾ ਵਰਤਾਈ। ਮਨ ਸ਼ੀਸ਼ੇ ਵਾਂਗੂ ਨਿਰਮਲ ਹੋ ਗਿਆ। ਗਨਕਾ ਦੇ ਹਿਰਦੇ ਵਿੱਚੋਂ ਵੇਸਵੇ ਪੁਣੇ ਦਾ ਪਾਪ ਬਿਲਕੁਲ ਖਤਮ ਹੋ ਗਿਆ।
ਉਹ ਸੱਚਮੁੱਚ ਚੰਦਰਮਣੀ ਬਣ ਗਈ, ਭਾਵ ਹਿਰਦਾ ਬਿਲਕੁਲ ਸ਼ੁੱਧ ਹੋ ਗਿਆ। ਗਨਕਾ ਦਾ ਅੰਤ ਸਮਾਂ ਆਇਆ। ਧਰਮਰਾਜ ਦੇ ਦੂਤ ਡਰਾਉਣੀਆਂ ਸ਼ਕਲਾਂ ਵਾਲੇ ਉਸ ਨੂੰ ਲੈਣ ਵਾਸਤੇ ਪੁੱਜੇ, ਪਰ ਗਨਕਾ ਰਾਮ ਨਾਮ ਦੇ ਸਿਮਰਨ ਵਿੱਚ ਮਗਨ ਰਹੀ। ਪ੍ਰਭੂ ਕਿਰਪਾ ਨਾਲ ਜਮਾ ਦੀ ਫਾਹੀ ਵਿੱਚੋਂ ਛੁਟਕਾਰਾ ਪ੍ਰਾਪਤ ਹੋਇਆ। ਇੱਕ ਸੁੰਦਰ ਵਿਮਾਨ ਆਕਾਸ਼ ਵੱਲੋਂ ਉਤਰਿਆ, ਜਿਸ ਵਿੱਚ ਗਨਕਾ ਨੂੰ ਬੜੇ ਸਤਿਕਾਰ ਨਾਲ ਬਿਠਾਇਆ ਗਿਆ ਅਤੇ ਉਹ ਬੈਕੁੰਠ ਪੁੱਜ ਗਈ। ਸੁਣ ਮੇਰੀ ਆਤਮਾ, ਰਾਮ ਨਾਮ ਦਾ ਪ੍ਰਤਾਪ ਵੇਖ। ਗਨਕਾ ਦੇ ਸਾਰੇ ਪਾਪ ਇਸ ਪਰਮੇਸ਼ਰ ਦੇ ਨਾਮ ਨੇ ਖਤਮ ਕਰ ਦਿੱਤੇ। ਜਿਵੇਂ ਗਨਕਾ ਨੂੰ ਜਮਾ ਦੇ ਫਾਹੀ ਤੋਂ ਛੁਟਕਾਰਾ ਪ੍ਰਾਪਤ ਹੋਇਆ ਅਤੇ ਉਹ ਪ੍ਰਭੂ ਜੀ ਪਾਸ ਬੈਕੁੰਠ ਪੁੱਜੀ, ਤੂੰ ਵੀ ਕਿਉਂ ਨਾ ਪ੍ਰਭੂ ਦਾ ਨਾਮ ਜਪੇ ਤੇ ਤੇਰੇ ਉੱਪਰ ਵੀ ਪ੍ਰਭੂ ਦੇ ਬਖਸ਼ਿਸ਼ਾਂ ਦੇ ਸ਼ਹਿਬਰਾਂ ਲੱਗਣ। ਸੋ ਇਸ ਕਰਕੇ ਹੇ ਮੇਰੀ ਆਤਮਾ, ਤੂੰ ਪ੍ਰਭੂ ਪਰਮੇਸ਼ਰ ਜੀ ਦੇ ਨਾਮ ਨਾਲ ਜੁੜ, ਉਸ ਦੇ ਚਰਨਾਂ ਨਾਲ ਆਪਣੀ ਸੁਰਤ ਨੂੰ ਜੋੜ। ਪ੍ਰਭੂ ਦੇ ਨਾਮ ਵਿੱਚ ਇਤਨੀ ਬਰਕਤ ਹੈ, ਉਹ ਤੇਰੇ ਸਾਰੇ ਪਾਪ ਕੱਟ ਕੇ ਪਰਮੇਸ਼ਰ ਜੀ ਵਿੱਚ ਅਭੇਦਤਾ ਕਰਵਾ ਦੇਵੇਗਾ।